ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ। ਲੇਖਕ ਸਰਦਾਰ ਅਜਮੇਰ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 20। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੈਨੇਡਾ ਦੀ ਦੂਜੀ ਸਾਰਥਕ ਫੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਜੂਨ 1984 ਤੋਂ ਬਾਅਦ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਭਾਰਤ ਅੰਦਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲੇ ਜਾਣ ਬਾਰੇ ਜਾਣਕਾਰੀ ਦੇਣ ਅਤੇ ਇਸ ਮਾਮਲੇ ਵਿੱਚ ਉਹਨਾਂ ਦੀ ਵਡਮੁੱਲੀ ਹਮਾਇਤ ਹਾਸਲ ਕਰਨ ਦੇ ਮੰਤਵ ਨਾਲ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇ ਅੰਤ ਵਿੱਚ ਪਾਰਲੀਮੈਂਟ ਦੇ ਅਹਾਤੇ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਨ ਦੀ ਰੀਤ ਪ੍ਰਚਲਿਤ ਕੀਤੀ ਸੀ, ਜਿਹੜੀ ਅਜੇ ਤੱਕ ਨਿਰਵਿਘਨ ਚੱਲ ਰਹੀ ਹੈ। ਇਸ ਸਮਾਗਮ ਵਿੱਚ ਭਾਰਤ ਜਾਂ ਪੰਜਾਬ ਤੋਂ ਮਨੁੱਖੀ ਅਧਿਕਾਰਾਂ ਜਾਂ ਇਸ ਨਾਲ ਜੁੜਵੇਂ ਹੋਰਨਾਂ ਖੇਤਰਾਂ ਵਿੱਚ ਕਰਮਸ਼ੀਲ ਪ੍ਰਮੁੱਖ ਹਸਤੀਆਂ ਨੂੰ ਉਚੇਚਾ ਸੱਦਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੈਨੇਡਾ ਦੇ ਮੰਤਰੀਆਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਰੂਬਰੂ ਕੀਤਾ ਜਾਂਦਾ ਹੈ। ਇਸ ਸਾਲਾਨਾ ਸਮਾਗਮ ਵਿੱਚ ਕੈਨੇਡਾ ਦੇ ਵਸਨੀਕ ਮੋਹਤਬਰ ਸਿੱਖ ਵੀ ਸੱਦੇ ਜਾਂਦੇ ਹਨ। ਮਾਰਚ 1995 ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਸੈਮੀਨਾਰ ਵਿੱਚ ਬੋਲਣ ਲਈ ਓਟਵਾ ਪਹੁੰਚਿਆ ਸੀ, ਉਦੋਂ ਹੀ ਵਰਲਡ ਸਿੱਖ ਆਰਗੇਨਾਈਜੇਸ਼ਨ WSO ਨੇ ਉਸ ਨੂੰ ਜੂਨ ਵਿੱਚ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦੇ ਦਿੱਤਾ ਸੀ, ਜਿਸ ਨੂੰ ਭਾਈ ਖਾਲੜਾ ਨੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਸੀ, ਕਿਉਂਕਿ ਉਦੋਂ ਤੱਕ ਹਿਊਮਨ ਰਾਈਟਸ ਵਿੰਗ ਨੇ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਬਾਰੇ ਬਹੁਤ ਸਾਰੇ ਤੱਥ ਇਕੱਠੇ ਕਰ ਲਏ ਹੋਏ ਸਨ ਅਤੇ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਅੰਦਰ ਮਨੁੱਖੀ ਹੱਕਾਂ ਦੀਆਂ ਘੋਰ ਉਲੰਘਣਾਵਾਂ ਤੋਂ ਸਾਰੀ ਦੁਨੀਆ ਨੂੰ, ਖਾਸ ਕਰਕੇ ਪੱਛਮੀ ਦੇਸ਼ਾਂ ਦੀਆਂ ਜਮਹੂਰੀ ਹਕੂਮਤਾਂ ਨੂੰ ਜਾਣੂ ਕਰਵਾਉਣਾ ਚਾਹੁੰਦਾ ਸੀ। ਸੋ ਕੀਤੇ ਹੋਏ ਵਾਅਦੇ ਦੇ ਮੁਤਾਬਕ ਜਸਵੰਤ ਸਿੰਘ 5 ਜੂਨ ਨੂੰ ਓਟਵਾ ਪਹੁੰਚ ਗਿਆ ਸੀ। ਇਸ ਵਾਰੀ ਵੀ ਉਸ ਦੇ ਆਉਣ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। 5 ਜੂਨ 1995 ਦੀ ਸ਼ਾਮ ਨੂੰ ਰੀਤ ਮੁਤਾਬਕ ਕੈਨੇਡੀਅਨ ਪਾਰਲੀਮੈਂਟ ਦੇ ਕਨਵੈਨਸ਼ਨ ਹਾਲ ਨੰਬਰ 200 ਵੈਸਟ ਬਲਾਕ ਵਿੱਚ ਸਮਾਗਮ ਦਾ ਰਸਮੀ ਆਰੰਭ ਹੋਇਆ। ਸਮਾਗਮ ਵਿੱਚ ਕੈਨੇਡਾ ਸਰਕਾਰ ਦੇ ਤਤਕਾਲੀ ਵਿੱਤ ਮੰਤਰੀ ਪੌਲ ਮਾਰਟਨ, ਕੈਨੇਡਾ ਦਾ ਸੋਲਿਸਿਟਰ ਜਨਰਲ ਤੇ ਹਾਊਸ ਲੀਡਰ ਹਰਬ ਗਰੇ, ਸ਼੍ਰੀਮਤੀ ਕੋਲੀਨ ਬੋਏਮੇ, ਕੈਲੀਫੋਰਨੀਆ ਤੋਂ ਅਮਰੀਕੀ ਸੈਨੇਟ ਦਾ ਮੈਂਬਰ ਮਿਸਟਰ ਡੋਲਟਲ, ਅਮਰੀਕਾ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਤੇ ਰਾਜਸੀ ਆਗੂ ਸਰਦਾਰ ਦੀਦਾਰ ਸਿੰਘ ਬੈਂਸ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਸਾਰੇ ਆਗੂ ਪਹੁੰਚੇ ਹੋਏ ਸਨ। ਸਮਾਗਮ ਦਾ ਆਰੰਭ ਪੌਲ ਮਾਰਟਨ ਦੀ ਸਪੀਚ ਨਾਲ ਹੋਇਆ ਸੀ ਅਤੇ ਉਸ ਤੋਂ ਬਾਅਦ ਵਾਰੋ-ਵਾਰੀ ਹਰਬ ਗਰੇ ਤੇ ਮਿਸਟਰ ਡੋਲਟਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਾਰਤ ਅੰਦਰ ਸਿੱਖਾਂ ਨੂੰ ਦਰਪੇਸ਼ ਔਕੜਾਂ ਪ੍ਰਤੀ ਆਪਣੇ ਗਹਿਰੇ ਸਰੋਕਾਰ ਪ੍ਰਗਟ ਕੀਤੇ ਸਨ। ਉਪਰੋਕਤ ਸਾਰੇ ਬੁਲਾਰਿਆਂ ਨੇ ਪੰਜਾਬ ਵਿੱਚ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਸੰਦਰਭ ਵਿੱਚ ਮਨੁੱਖੀ ਹੱਕਾਂ ਦੀ ਰੱਖਿਆ ਕਰਨ ਦੀ ਭਾਰੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਸੀ। ਉਸ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਨੇ ਮੁੱਖ ਮਹਿਮਾਨ ਬੁਲਾਰੇ ਵਜੋਂ ਕੈਨੇਡਾ ਦੇ ਪਤਵੰਤੇ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ਉਸ ਨੇ ਹਾਜ਼ਰੀਨ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਹੋਇਆਂ ਭਾਰਤੀ ਜਮਹੂਰੀਅਤ ਦਾ ਦੰਭ ਤੇ ਖੋਖਲਾਪਨ ਉਜਾਗਰ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਸਮਾਗਮ ਵਿੱਚ ਭਾਈ ਖਾਲੜਾ ਵੱਲੋਂ ਅੰਗਰੇਜ਼ੀ ਵਿੱਚ ਦਿੱਤੀ ਗਈ ਪੂਰੀ ਤਕਰੀਰ ਦਾ ਪੰਜਾਬੀ ਅਨੁਵਾਦ ਦੇ ਰਹੇ ਹਾਂ। ਇਹ ਅਨੁਵਾਦ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਭਾਈ ਖਾਲੜਾ ਦੀ ਸਪੀਚ ਦੀ ਅੰਗਰੇਜ਼ੀ ਵਿੱਚ ਛਾਪੀ ਗਈ ਸਕ੍ਰਿਪਟ ਦੇ ਆਧਾਰਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਾਬ ਭਾਰਤ ਵਿੱਚ ਰਹਿੰਦੇ ਸਿੱਖਾਂ ਵੱਲੋਂ ਮੈਂ ਕੈਨੇਡਾ ਦੀ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਸਖਤ ਚਿੱਠੀ ਲਿਖ ਕੇ ਟਾਡਾ ਭਾਰਤ ਸਰਕਾਰ ਵੱਲੋਂ ਵਿਰੋਧੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਨਜ਼ਰਬੰਦ ਕਰਨ ਦੀ ਤਾਕਤ ਨਾਲ ਲੈਸ ਕਰਨ ਵਾਲਾ ਕਾਲਾ ਕਾਨੂੰਨ ਨੂੰ ਵਾਪਸ ਲੈਣ ਲਈ ਕਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਕੈਨੇਡਾ ਦੇ ਲੋਕ, ਸਰਕਾਰ ਦੇ ਮੈਂਬਰ ਅਤੇ ਕੈਨੇਡੀਅਨ ਪਾਰਲੀਮੈਂਟ ਭਾਰਤ ਵਿੱਚ ਉੱਥੋਂ ਦੀ ਸਰਕਾਰ ਵੱਲੋਂ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਤੋਂ ਰੱਖਿਆ ਕਰਨ ਵਿੱਚ ਮਦਦ ਕਰਨਗੇ। ਇੱਕ ਨਵੀਂ ਗੱਲ ਜੋ ਮੈਂ ਇੱਥੇ ਆ ਕੇ ਮਹਿਸੂਸ ਕੀਤੀ ਹੈ ਤੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ,
ਉਹ ਇਹ ਹੈ ਕਿ ਜਦੋਂ ਮੈਂ ਇਸ ਪਾਰਲੀਮੈਂਟ ਸਮੂਹ ਅੰਦਰ ਦਾਖਲ ਹੋਇਆ ਤਾਂ ਮੈਨੂੰ ਭੂਰਾ ਵੀ ਉਮੀਦ ਨਹੀਂ ਸੀ ਕਿ ਮੈਂ ਆਪਣੀ ਕਿਰਪਾਨ ਅੰਦਰ ਲਿਜਾ ਸਕਾਂਗਾ, ਪਰ ਮੈਨੂੰ ਬੇਹੱਦ ਖੁਸ਼ੀ ਹੋਈ ਜਦੋਂ ਮੇਰੇ ਮੇਜ਼ਬਾਨ ਨੇ ਮੈਨੂੰ ਇਹ ਦੱਸਿਆ ਕਿ ਮੈਂ ਕੈਨੇਡਾ ਦੇ ਪਾਰਲੀਮੈਂਟ ਹਾਊਸ ਅੰਦਰ ਕਿਰਪਾਨ ਲਿਜਾ ਸਕਦਾ ਹਾਂ। ਭਾਰਤ ਵਿੱਚ ਜਦੋਂ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਮਿਸਾਲੀ ਵੋਟਾਂ ਨਾਲ ਜਿੱਤ ਹਾਸਲ ਕਰਨ ਬਾਅਦ ਕਿਰਪਾਨ ਸਮੇਤ ਪਾਰਲੀਮੈਂਟ ਵਿੱਚ ਮੈਂਬਰ ਵਜੋਂ ਸਹੁੰ ਚੁੱਕਣ ਲਈ ਗਿਆ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕ ਲਿਆ ਗਿਆ ਸੀ। ਭਾਰਤ ਲਈ ਇਹ ਬੜੀ ਸ਼ਰਮਨਾਕ ਗੱਲ ਹੈ। ਸਾਨੂੰ ਅਫਸੋਸ ਹੈ ਕਿ ਭਾਰਤ, ਜਿਸ ਨੂੰ ਅਸੀਂ ਆਪਣਾ ਮੁਲਕ ਮੰਨਦੇ ਹਾਂ, ਦੀ ਪਾਰਲੀਮੈਂਟ ਵਿੱਚ ਸਾਨੂੰ ਆਪਣੇ ਧਾਰਮਿਕ ਚਿੰਨ੍ਹ ਲਿਜਾਣ ਦੀ ਆਜ਼ਾਦੀ ਨਹੀਂ ਹੈ। ਵੇਖਣ ਵਾਲਾ ਖਾਸ ਨੁਕਤਾ ਇਹ ਹੈ ਕਿ ਭਾਰਤੀ ਸੰਵਿਧਾਨ ਦੇ 400 ਪੰਨਿਆਂ ਵਾਲੇ ਦਸਤਾਵੇਜ਼ ਵਿੱਚ ਸਿਰਫ ਇੱਕ ਸਤਰ ਹੈ ਜੋ ਸਿੱਖਾਂ ਨਾਲ ਸੰਬੰਧਿਤ ਹੈ, ਅਤੇ ਉਹ ਇਹ ਹੈ ਕਿ ਸਿੱਖ ਕਿਰਪਾਨ ਪਹਿਨ ਸਕਦੇ ਹਨ ਤੇ ਆਪਣੇ ਨਾਲ ਲਿਜਾ ਸਕਦੇ ਹਨ। ਭਾਰਤੀ ਸੰਵਿਧਾਨ ਵਿੱਚ ਸਿਰਫ ਇੰਨਾ ਹੀ ਹੈ। ਫਿਰ ਜਦੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ ਵਿੱਚ ਜਿੱਤਣ ਉਪਰੰਤ ਪਾਰਲੀਮੈਂਟ ਵਿੱਚ ਜਾਣ ਲੱਗਿਆ ਤਾਂ ਉਸ ਨੂੰ ਡੱਕ ਲਿਆ ਗਿਆ ਸੀ, ਕਿਉਂਕਿ ਉਸ ਨੇ ਕਿਰਪਾਨ ਪਹਿਨੀ ਹੋਈ ਸੀ। ਸੋ ਇਸ ਤਰ੍ਹਾਂ ਦੇ ਹਾਲਾਤ ਹਨ। ਹੁਣ ਮੈਂ ਅੱਜ ਦੇ ਅਸਲ ਮੁੱਦੇ ਵੱਲ ਆਉਂਦਾ ਹਾਂ। ਮੈਂ ਆਪਣੇ ਨਾਲ ਵਾਪਰੀ ਕਹਾਣੀ ਦੱਸਦਾ ਹਾਂ। ਜੂਨ 1984 ਦੇ ਸ਼ਹੀਦੀ ਦਿਹਾੜੇ, ਜਿਹੜਾ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਅਕਾਲ ਤਖਤ ਨੂੰ ਤਬਾਹ ਕਰਨ ਵਿਰੁੱਧ ਰੋਸ ਵਜੋਂ ਮਨਾਇਆ ਜਾਂਦਾ ਹੈ, ਮੌਕੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ 5 ਵਾਰੀ ਗ੍ਰਿਫਤਾਰ ਕੀਤਾ ਗਿਆ ਹੈ। ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਹ ਦਿਨ ਮਨਾਉਣ ਤੋਂ ਰੋਕਿਆ ਜਾਂਦਾ ਹੈ। ਜੂਨ 1984 ਦੇ ਹਮਲੇ ਬਾਅਦ ਦਰਬਾਰ ਸਾਹਿਬ ਦੇ ਇਹ ਹਾਲਾਤ ਹਨ। ਸਾਨੂੰ ਪੂਰੀ ਜਾਮਾ ਤਲਾਸ਼ੀ ਲੈਣ ਬਾਅਦ ਹੀ ਸਾਡੇ ਉੱਚ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਸਾਡਾ ਦਰਬਾਰ ਸਾਹਿਬ ਸੁਰੱਖਿਆ ਦਲਾਂ ਦੇ ਕਬਜ਼ੇ ਵਿੱਚ ਹੈ। ਸਾਡੇ ਧਾਰਮਿਕ ਹੱਕ ਅਤੇ ਸਾਡੇ ਆਪਣੇ ਹੀ ਧਰਮ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਵਿੱਚ ਦਖਲ ਹੋਣ ਦੀ ਮਨਾਹੀ ਕੀਤੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਰਾਜਨੀਤਿਕ ਨਿਸ਼ਾਨੇ ਦੀ ਪੂਰਤੀ ਵਿੱਚ ਮਦਦ ਨਹੀਂ ਵੀ ਕਰ ਸਕਦੇ ਤਾਂ ਘੱਟੋ ਘੱਟ ਸਾਡੇ ਮੁੱਢਲੇ ਅਧਿਕਾਰਾਂ ਦੀ ਬਹਾਲੀ ਵਿੱਚ ਸਾਡੇ ਮਦਦਗਾਰ ਹੋਵੋ, ਜਿਨ੍ਹਾਂ ਤੋਂ ਅਸੀਂ ਵਿਰਵੇ ਕੀਤੇ ਹੋਏ ਹਾਂ। ਹਾਲਾਤ ਇਹ ਹਨ ਕਿ ਅਸੀਂ ਦਰਬਾਰ ਸਾਹਿਬ ਵਿੱਚ ਸ਼ਹੀਦੀ ਦਿਹਾੜਾ ਨਹੀਂ ਮਨਾ ਸਕਦੇ, ਅਤੇ ਜੂਨ 1984 ਦੇ ਫੌਜੀ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੈਂ ਇਸ ਦਿਹਾੜੇ ਦੀ ਯਾਦ ਮਨਾ ਰਿਹਾ ਹਾਂ, ਤੇ ਉਹ ਵੀ ਉਸ ਥਾਂ ਕੈਨੇਡਾ ਤੇ ਜਿਹੜੀ ਪੰਜਾਬ ਭਾਰਤ ਵਿੱਚ ਨਹੀਂ। ਇਸ ਤਰ੍ਹਾਂ ਮੈਂ ਮਨੁੱਖੀ ਅਧਿਕਾਰਾਂ ਸੰਬੰਧੀ ਕੁਝ ਹੋਰ ਗੱਲਾਂ ਵੀ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਕਿਉਂਕਿ UN ਦੇ ਮਨੁੱਖੀ ਅਧਿਕਾਰਾਂ ਸੰਬੰਧੀ ਚਾਰਟਰ ਅਨੁਸਾਰ ਦੁਨੀਆ ਵਿੱਚ ਕੁਝ ਕੌਮਾਂਤਰੀ ਮਨੁੱਖੀ ਅਧਿਕਾਰ ਹਰੇਕ ਵਿਅਕਤੀ ਨੂੰ ਮਿਲੇ ਹੋਏ ਹਨ, ਪਰ ਭਾਰਤ ਵਿੱਚ ਸਾਡੇ ਮੁੱਢਲੇ ਮਨੁੱਖੀ ਅਧਿਕਾਰ ਖੋਏ ਹੋਏ ਹਨ। ਜਿਵੇਂ ਮੈਂ ਦੱਸਿਆ ਕਿ ਧਰਮ ਨੂੰ ਮੰਨਣ ਦਾ ਅਧਿਕਾਰ ਸਾਨੂੰ ਨਹੀਂ ਹੈ। ਦੂਸਰਾ ਮਨੁੱਖੀ ਅਧਿਕਾਰ ਜੋ ਸਾਥੋਂ ਖੋਇਆ ਹੋਇਆ ਹੈ ਉਹ ਇਹ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਖੁੱਲ੍ਹੇਆਮ ਨਹੀਂ ਕਰ ਸਕਦੇ, ਜਿਸ ਦੀ ਉਦਾਹਰਨ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਹੈ, ਜਿਸ ਨੂੰ ਇਸ ਕਰਕੇ ਟਾਡਾ ਅਧੀਨ ਨਜ਼ਰਬੰਦ ਕੀਤਾ ਗਿਆ ਕਿ ਉਸ ਨੇ ਆਜ਼ਾਦੀ ਮੰਗ ਰਹੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਵਿਚਾਰ ਪ੍ਰਗਟਾਉਣ ਦੀ ਮਨਾਹੀ ਦੇ ਨਾਲੋਂ ਨਾਲ ਕੁਝ ਹੋਰ ਅਧਿਕਾਰਾਂ ਤੋਂ ਵੀ ਸਾਨੂੰ ਵਾਂਝਿਆ ਕੀਤਾ ਗਿਆ ਹੈ। ਭਾਰਤ ਦੀ ਪਾਰਲੀਮੈਂਟ ਨੇ ਸਾਡੇ ਸੰਗਤ ਰੂਪ ਧਾਰਮਿਕ ਇਕੱਠ ਵਿੱਚ ਜੁੜਨ ਤੋਂ ਰੋਕਣ ਲਈ ਇੱਕ ਨਵਾਂ ਲੋਕ ਪ੍ਰਤੀਨਿਧਤਾ ਕਾਨੂੰਨ ਬਣਾਇਆ ਹੈ। ਇਹ ਵਿਤਕਰਾ ਧਰਮ ਦੇ ਆਧਾਰ ਉੱਤੇ ਹੈ ਤੇ ਸਾਡੇ ਨਾਲ ਇਹ ਸਲੂਕ ਸਿੱਖ ਹੋਣ ਕਰਕੇ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸਾਨੂੰ ਰਾਜਨੀਤਿਕ ਪਾਰਟੀ ਬਣਾਉਣ ਤੋਂ ਵਰਜਿਆ ਗਿਆ ਤਾਂ ਕਿ ਅਸੀਂ ਕੋਈ ਦਾਦ ਫਰਿਆਦ ਨਾ ਕਰ ਸਕੀਏ। ਸਾਡੇ ਨਾਲ ਧਾਰਮਿਕ ਵਿਤਕਰਾ ਹੋ ਰਿਹਾ ਹੈ। ਚੋਣਾਂ ਵਿੱਚ ਉਹ ਸਾਡੇ ਅਤੇ ਅਕਾਲੀ ਪਾਰਟੀ ਜਾਂ ਕਿਸੇ ਵੀ ਧਰਮ ਆਧਾਰਿਤ ਪਾਰਟੀ ਉੱਤੇ ਪਾਬੰਦੀ ਲਾ ਸਕਦੇ ਹਨ। ਇਹ ਸਾਡੇ ਇਕੱਲਿਆਂ ਮਿਲ ਬੈਠਣ ਦੇ ਮਨੁੱਖੀ ਅਧਿਕਾਰ ਉੱਤੇ ਡਾਕਾ ਹੈ। ਮੈਂ ਤੁਹਾਨੂੰ ਇਸ ਦੇ ਵਿਚਲਾ ਕਾਰਨ ਦੱਸਣਾ ਚਾਹਾਂਗਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਾਰਤ ਵਿੱਚ ਕਈ ਕੌਮੀਅਤਾਂ ਹਨ ਜੋ ਆਪਣੇ ਲਈ ਆਤਮ ਨਿਰਣੇ ਦਾ ਅਧਿਕਾਰ ਚਾਹੁੰਦੀਆਂ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਹੇਠ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਹ ਇਹੋ ਜਿਹੇ ਕਾਨੂੰਨ ਲੋਕਾਂ ਉੱਤੇ ਮੜ੍ਹਦੇ ਹਨ। ਜਿਵੇਂ ਤੁਸੀਂ ਜਾਣਦੇ ਹੀ ਹੋ, ਸੰਨ 1947 ਤੋਂ ਬਾਅਦ ਈਸਾਈ ਬਹੁ ਗਿਣਤੀ ਵਾਲੇ 2 ਉੱਤਰ ਪੂਰਬੀ ਰਾਜਾਂ ਨਾਗਾਲੈਂਡ ਅਤੇ ਮਿਜ਼ੋਰਮ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਉੱਤੇ ਭਾਰਤੀ ਫੌਜ ਨੇ ਕੁਚਲ ਕੇ ਰੱਖ ਦਿੱਤਾ ਹੈ।
ਹੁਣ ਉਹਨਾਂ ਨੇ ਕਸ਼ਮੀਰ ਅਤੇ ਪੰਜਾਬ ਨੂੰ ਮਸਲ ਦੇਣ ਦੀ ਧਾਰ ਲਈ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਉੱਪਰ ਦਬਾਅ ਪਾਵੇ ਤਾਂ ਜੋ ਸੰਵਿਧਾਨ ਵਿੱਚ ਆਤਮ ਨਿਰਣੇ ਦਾ ਅਧਿਕਾਰ ਸ਼ਾਮਲ ਕੀਤਾ ਜਾਵੇ ਅਤੇ ਆਤਮ ਨਿਰਣੇ ਦਾ ਹੱਕ ਮੰਗ ਰਹੇ ਲੋਕਾਂ ਨੂੰ ਵੱਖਵਾਦੀ ਕਹਿ ਕੇ ਟਾਡਾ ਵਰਗੇ ਕਾਨੂੰਨਾਂ ਤਹਿਤ ਨਜ਼ਰਬੰਦ ਨਾ ਕੀਤਾ ਜਾਵੇ। ਤੁਸੀਂ ਭਾਰਤ ਸਰਕਾਰ ਨੂੰ ਕਹਿ ਸਕਦੇ ਹੋ ਕਿ ਉਹ ਭਾਰਤੀ ਸੰਵਿਧਾਨ ਵਿੱਚ ਆਤਮ ਨਿਰਣੇ ਦਾ ਹੱਕ ਸ਼ਾਮਲ ਕਰੇ। ਆਪਣਾ ਮੁਲਕ ਛੱਡਣ ਦਾ ਜਿਹੜਾ ਮਨੁੱਖੀ ਅਧਿਕਾਰ ਹੈ ਉਹ ਵੀ ਸਾਨੂੰ ਨਹੀਂ ਦਿੱਤਾ ਗਿਆ। ਜਿਹੜੇ ਸਿੱਖ ਵਿਦੇਸ਼ਾਂ ਤੋਂ ਭਾਰਤ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਜਾਂ ਅਸੀਂ ਭਾਰਤ ਵਿੱਚੋਂ ਜਾ ਕੇ ਪਾਕਿਸਤਾਨ ਸਥਿਤ ਆਪਣੇ ਪਹਿਲੇ ਗੁਰੂ ਸਾਹਿਬਾਨ ਦੇ ਜਨਮ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਪਰ ਸਾਡੇ ਕੋਲ ਭਾਰਤ ਤੋਂ ਪਾਕਿਸਤਾਨ ਵਿੱਚ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ। ਸੋ ਇਹਨਾਂ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਸਾਡੀ ਮੰਗ ਹੈ ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਭਾਰਤ ਸਰਕਾਰ ਉੱਪਰ ਅਜਿਹਾ ਦਬਾਅ ਬਣਾਓ। ਅਖੀਰੀ ਮੁੱਦਾ ਇਹ ਹੈ, ਕਿਉਂਕਿ ਮੈਂ ਪੰਜਾਬ ਵਿੱਚ ਮਨੁੱਖੀ ਅਧਿਕਾਰ ਸੰਗਠਨ ਵਿੱਚ ਕੰਮ ਕਰਦਾ ਹਾਂ। ਪਿਛਲੇ ਕੁਝ ਸਾਲਾਂ ਵਿੱਚ ਪੁਲਿਸ ਅਤੇ ਸੁਰੱਖਿਆ ਦਲਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਚੁੱਕਿਆ ਹੈ ਅਤੇ ਲਾਪਤਾ ਕਰ ਦਿੱਤਾ ਹੈ। ਜਦੋਂ ਅਸੀਂ ਪੁਲਿਸ ਕੋਲ ਪਹੁੰਚ ਕੀਤੀ ਤਾਂ ਉਹਨਾਂ ਇਹ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਤੁਸੀਂ ਲਾਪਤਾ ਕੀਤੇ ਗਏ ਕਹਿੰਦੇ ਹੋ ਉਹ ਤਾਂ ਪੱਛਮੀ ਮੁਲਕਾਂ ਨੂੰ ਚਲੇ ਗਏ ਹਨ, ਪਰ ਸਾਨੂੰ ਪਤਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਹੈ। ਪੜਤਾਲ ਕਰਨ ਉੱਤੇ ਪਤਾ ਲੱਗਿਆ ਕਿ ਵੱਖ-ਵੱਖ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ ਵਿੱਚ ਕੋਈ 25,000 ਲਾਸ਼ਾਂ ਨੂੰ ਅਣਪਛਾਤੀਆਂ ਅਤੇ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਹੈ। ਇਹ ਉਹਨਾਂ ਲੋਕਾਂ ਦੀਆਂ ਲਾਸ਼ਾਂ ਹਨ ਜਿਨ੍ਹਾਂ ਨੂੰ ਸੁਰੱਖਿਆ ਦਲਾਂ ਵੱਲੋਂ ਖੁਰਦ-ਬੁਰਦ ਕੀਤੇ ਦੱਸਿਆ ਜਾਂਦਾ ਹੈ। ਅਸੀਂ ਇਸ ਮਾਮਲੇ ਵਿੱਚ ਆਪਣੀ ਜਾਂਚ ਸੰਬੰਧੀ ਜਾਣਕਾਰੀ ਪ੍ਰੈਸ, ਅਖਬਾਰਾਂ ਤੇ ਅਦਾਲਤਾਂ ਨੂੰ ਦੇ ਦਿੱਤੀ ਹੈ ਕਿ ਇਹਨਾਂ ਲਾਸ਼ਾਂ ਜਿਨ੍ਹਾਂ ਲੋਕਾਂ ਨੂੰ ਪੁਲਿਸ ਨੇ ਪਹਿਲਾਂ ਚੁੱਕਿਆ ਅਤੇ ਫਿਰ ਘੋਰ ਤਸ਼ੱਦਦ ਢਾ ਕੇ ਮਾਰ ਦੇਣ ਬਾਅਦ ਸਾੜ ਦਿੱਤਾ ਨੂੰ ਅਣਪਛਾਤੀਆਂ ਕਹਿ ਕੇ ਸਾੜਨਾ ਮ੍ਰਿਤਕਾਂ ਅਤੇ ਉਹਨਾਂ ਦੇ ਵਾਰਸਾਂ ਨਾਲ ਭਾਰੀ ਬੇਇਨਸਾਫੀ ਹੈ। ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਹਾਈ ਕੋਰਟ ਵਿੱਚ ਗਏ। ਉਹਨਾਂ ਇਹ ਕਹਿ ਕੇ ਸਾਡੀ ਗੱਲ ਸੁਣਨੋਂ ਨਾ ਕਰ ਦਿੱਤੀ ਕਿ ਇਹ ਪਬਲਿਕ ਲਿਟੀਗੇਸ਼ਨ ਲੋਕ ਹਿੱਤਾਂ ਨਾਲ ਜੁੜਿਆ ਮਾਮਲਾ ਨਹੀਂ। ਅਸੀਂ ਸੁਪਰੀਮ ਕੋਰਟ ਵਿੱਚ ਗਏ। ਉਹਨਾਂ ਇਹ ਕਹਿ ਛੱਡਿਆ ਕਿ ਇਹ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮਾਮਲਾ ਹੈ। ਫਿਰ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਾਨ ਮਿਸ਼ਰਾ ਕੋਲ ਗਏ। ਉਹਨਾਂ ਨੇ ਕਿਹਾ ਕਿ ਉਹ ਬੇਵੱਸ ਹੈ ਕਿਉਂਕਿ ਇਹ ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨ ਦਾ ਕੇਸ ਹੈ ਤੇ ਉਹ ਇਸ ਵਿੱਚ ਦਖਲ ਨਹੀਂ ਦੇ ਸਕਦਾ। ਅਸਲ ਹਾਲਤ ਇਹ ਹਨ, ਭਾਰਤੀ ਸਰਕਾਰ ਦਾਅਵਾ ਕਰਦੀ ਹੈ ਕਿ ਉੱਥੇ ਮਨੁੱਖੀ ਅਧਿਕਾਰ ਕਮਿਸ਼ਨ ਹਨ, ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਕੋਈ ਕਮਿਸ਼ਨ, ਕੋਈ ਅਦਾਲਤ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਆੜ ਵਿੱਚ ਉਹਨਾਂ ਦੀ ਬਾਂਹ ਫੜਨ ਤੋਂ ਟਲ ਜਾਂਦੀ ਹੈ। ਇਸ ਤਰ੍ਹਾਂ ਅਸੀਂ ਹਰੇਕ ਮੁੱਢਲੇ ਮਨੁੱਖੀ ਅਧਿਕਾਰ ਤੋਂ ਵਾਂਝੇ ਹਾਂ। ਇਸ ਮਾਮਲੇ ਵਿੱਚ ਅਸੀਂ ਭਾਰਤ ਸਰਕਾਰ ਤੇ ਅਦਾਲਤ ਕੋਲੋਂ ਇਹ ਚਾਹੁੰਦੇ ਹਾਂ ਕਿ ਉਹ ਸਾਨੂੰ ਅਣਪਛਾਤੀਆਂ ਕਹੀਆਂ ਜਾਂਦੀਆਂ ਲਾਸ਼ਾਂ ਦੀਆਂ ਫੋਟੋਆਂ ਹੀ ਵਿਖਾ ਦੇਵੇ ਤਾਂ ਜੋ ਉਹਨਾਂ ਦੇ ਵਾਰਸ ਇਹ ਪੱਕਾ ਕਰ ਲੈਣ ਕਿ ਉਹਨਾਂ ਦੇ ਲਾਡਲੇ ਪੂਰੇ ਹੋ ਗਏ ਹਨ। ਜੇ ਅਸੀਂ ਮੌਤ ਦੇ ਸਰਟੀਫਿਕੇਟ ਮੰਗਦੇ ਹਾਂ ਤਾਂ ਉਹ ਵੀ ਮਨ੍ਹਾ ਕਰ ਦਿੱਤਾ ਜਾਂਦਾ ਹੈ। ਸੋ ਸਾਨੂੰ ਤੁਹਾਡੀ ਸਹਾਇਤਾ ਚਾਹੀਦੀ ਹੈ। ਭਾਰਤ ਦੀ ਸਰਕਾਰ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਅਮਨ ਕਾਨੂੰਨ ਨੂੰ ਪਿਆਰ ਕਰਨ ਵਾਲੀ ਕਹਿੰਦੀ ਹੈ, ਪਰ ਜਦੋਂ ਅਸੀਂ ਆਪਣੇ ਮਨੁੱਖੀ ਅਧਿਕਾਰ ਮੰਗਦੇ ਹਾਂ ਸਾਨੂੰ ਫਿਰਕਾ ਪ੍ਰਸਤ, ਹਿੰਸਕ ਅਤੇ ਅੱਤਵਾਦੀ ਕਹਿੰਦੀ ਹੈ। ਉਹ ਦੇਸ਼ ਜਿਹੜਾ ਆਪਣੇ ਹਰੇਕ ਗਵਾਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨਾਲ ਲੜ ਚੁੱਕਾ ਹੈ, ਆਪਣੇ ਆਪ ਨੂੰ ਅਹਿੰਸਕ ਤੇ ਅਮਨ ਪਸੰਦ ਕਹਾਉਂਦਾ ਹੈ। ਉਲਟਾ ਤਰਾਸਦੀ ਇਹ ਹੈ ਕਿ ਦੇਸ਼ ਲਈ ਅਥਾਹ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਕੈਨੇਡਾ ਦੇ ਲੋਕ, ਕੈਨੇਡਾ ਦੀ ਪਾਰਲੀਮੈਂਟ ਅਤੇ ਕੈਨੇਡਾ ਦੀ ਸਰਕਾਰ ਇਹਨਾਂ ਮਸਲਿਆਂ ਵੱਲ ਗੌਰ ਕਰੇਗੀ। ਸਾਡੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਕਰਵਾਉਣ ਤੋਂ ਇਲਾਵਾ ਸਾਡੇ ਸਵੈਮਾਨ ਨਾਲ ਜਿਉਣ ਦੇ ਅਧਿਕਾਰ ਦੀ ਪ੍ਰਾਪਤੀ ਵਿੱਚ ਮਦਦਗਾਰ ਹੋਵੇਗੀ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤੁਹਾਡੇ ਕੋਲੋਂ ਮਦਦ ਦੀ ਉਮੀਦ ਕਰਦਾ ਹਾਂ। ਤੁਹਾਡੇ ਨਾਲ ਮੈਂ ਇੱਕ ਨਿੱਜੀ ਗੱਲ ਵੀ ਕਰਨੀ ਚਾਹੁੰਦਾ ਹਾਂ ਕਿ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਵਿੱਚ ਆਏ ਸਾਡੇ ਪਰਿਵਾਰ ਨੂੰ ਕੈਨੇਡਾ ਵਿੱਚੋਂ ਵਾਪਸ ਮੋੜ ਦਿੱਤਾ ਗਿਆ ਸੀ, ਪਰ ਮੈਨੂੰ ਖੁਸ਼ੀ ਹੈ ਕਿ ਜਦੋਂ ਮੇਰੀ ਪਿਛਲੀ ਕੈਨੇਡਾ ਫੇਰੀ ਉੱਤੇ ਮੈਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਕੈਨੇਡਾ ਦੇ ਲੋਕ ਉਹਨਾਂ ਦੇ ਨਾਲ ਹਨ
ਸਿੱਖ ਭਾਈਚਾਰਾ ਅਤੇ ਮੈਂ ਮੰਨਦਾ ਹਾਂ ਕਿ ਉਸ ਭਰੋਸੇ ਤੋਂ ਜੋ ਪ੍ਰਭਾਵ ਲਿਆ ਉਹ ਸਹੀ ਹੀ ਸੀ। ਹੁਣ ਮੈਂ ਇੱਥੇ ਆ ਕੇ ਤੁਹਾਡੇ ਲੋਕਾਂ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੀ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਿੱਚ ਸਹਾਇਤਾ ਕਰੋਗੇ। ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਸਮਾਪਤ ਹੋਣ ਉਪਰੰਤ ਰਾਤ ਦੇ ਖਾਣੇ ਦੌਰਾਨ ਨਾਮਵਰ ਹਸਤੀਆਂ ਨੇ ਭਾਈ ਜਸਵੰਤ ਸਿੰਘ ਨਾਲ ਗੈਰ ਰਸਮੀ ਗੱਲਾਂ ਬਾਤਾਂ ਕਰਦਿਆਂ ਉਸ ਨੂੰ ਇੱਕ ਵਾਰ ਫਿਰ ਪੰਜਾਬ ਜਾਣ ਤੋਂ ਵਰਜਣ ਦਾ ਯਤਨ ਕੀਤਾ ਸੀ, ਪਰ ਭਾਈ ਖਾਲੜਾ ਆਪਣੇ ਫੈਸਲੇ ਤੇ ਅਡੋਲ ਡਟਿਆ ਰਿਹਾ। ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖਤਰਿਆਂ ਦਾ ਸਾਰਿਆਂ ਨੂੰ ਬਹੁਤ ਫਿਕਰ ਸੀ। ਖਾਣੇ ਤੋਂ ਬਾਅਦ ਜਦੋਂ ਵਿਦਾਇਗੀ ਦਾ ਵੇਲਾ ਹੋਇਆ ਤਾਂ ਹਰ ਕਿਸੇ ਨੇ ਭਾਈ ਖਾਲੜਾ ਨਾਲ ਘੁੱਟ ਕੇ ਹੱਥ ਮਿਲਾਏ। ਉਸ ਦੇ ਕੁਝ ਹਤੈਸ਼ੀ ਤਾਂ ਉਸ ਨੂੰ ਗਲਵੱਕੜੀ ਪਾ ਕੇ ਮਿਲੇ। ਉਹਨਾਂ ਚੋਂ ਕੁਝ ਦੀਆਂ ਅੱਖਾਂ ਤਾਂ ਇਹ ਸੋਚ ਕੇ ਨਮ ਹੋ ਗਈਆਂ ਸਨ ਕਿ ਸ਼ਾਇਦ ਇਸ ਤੋਂ ਬਾਅਦ ਉਹ ਇਸ ਮਹਾਨ ਯੋਧੇ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਮਿਲ ਸਕਣਗੇ। ਸਾਰਾ ਕਾਰਜ ਨਿਪਟ ਜਾਣ ਤੇ ਭਾਈ ਜਸਵੰਤ ਸਿੰਘ ਖਾਲੜਾ ਆਰਾਮ ਕਰਨ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਿਸ਼ਕਾਮ ਤੇ ਊਰਜਾਸ਼ਾਲੀ ਵਰਕਰ ਸਰਦਾਰ ਅਜੀਤ ਸਿੰਘ ਸਹੋਤਾ ਨਾਲ ਉਸ ਦੇ ਘਰ ਚਲਾ ਗਿਆ ਸੀ ਅਤੇ ਅਗਲੇ 2 ਦਿਨ ਉਸ ਨੇ ਉੱਥੇ ਹੀ ਬਿਤਾਏ ਸਨ। ਸਰਦਾਰ ਅਜੀਤ ਸਿੰਘ ਸਹੋਤਾ ਨੇ ਭਾਈ ਜਸਵੰਤ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਦੱਸਿਆ, ਸ਼ਹੀਦ ਜਸਵੰਤ ਸਿੰਘ ਖਾਲੜਾ ਬੇਹੱਦ ਭਲਾ ਮਾਨਸ ਤੇ ਇਮਾਨਦਾਰ ਇਨਸਾਨ ਸੀ, ਜਿਹੜਾ ਪੰਜਾਬ ਤੇ ਇੰਡੀਆ ਦੇ ਜਰਵਾਣਿਆਂ ਤੇ ਟੌਟਾਂ ਵੱਲੋਂ ਕੋਹੇ ਮਾਰੇ ਲਾਪਤਾ ਕੀਤੇ ਗਏ ਲੋਕਾਂ ਦੀ ਆਵਾਜ਼ ਬਣਿਆ। ਮੈਂ ਤੇ ਐਨੀ ਲੂਥੀਅਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਦਫ਼ਤਰ ਸਕੱਤਰ ਸਰਦਾਰ ਜਸਵੰਤ ਸਿੰਘ ਨੂੰ ਪਹਿਲੀ ਵਾਰ 30 ਮਾਰਚ 1995 ਨੂੰ ਮਿਲੇ ਸਾਂ, ਜਦੋਂ ਉਸ ਨੇ ਤੇ ਜਸਟਿਸ ਅਜੀਤ ਸਿੰਘ ਬੈਂਸ ਨੇ ਕੈਨੇਡੀਅਨ ਪਾਰਲੀਮੈਂਟ ਦੇ ਪੱਛਮੀ ਬਲਾਕ ਵਿੱਚ ਹਾਲ ਨੰਬਰ 209 ਅੰਦਰ ਕੈਨੇਡਾ ਸਰਕਾਰ ਦੀ ਵਿਦੇਸ਼ੀ ਮਾਮਲਿਆਂ ਬਾਰੇ ਸਬ ਕਮੇਟੀ ਅੱਗੇ ਅਤਿਆਚਾਰਾਂ ਦੇ ਵੇਰਵੇ ਪੇਸ਼ ਕੀਤੇ ਸਨ। ਉਸੇ ਸ਼ਾਮ ਨੂੰ ਖਾਲੜਾ ਹੋਰੀ ਬਰੈਂਪਟਨ ਵਾਪਸ ਚਲੇ ਗਏ ਸਨ। ਉਸੇ ਹਫ਼ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਜੂਨ ਦੇ ਪਹਿਲੇ ਹਫ਼ਤੇ ਇਸ ਦੇ ਯਾਦਗਾਰੀ ਸਮਾਗਮ ਵਿੱਚ ਮਹਿਮਾਨ ਬੁਲਾਰੇ ਵਜੋਂ ਸ਼ਾਮਲ ਹੋਣ ਲਈ ਮੁੜ ਕੈਨੇਡਾ ਆਉਣ ਦੀ ਬੇਨਤੀ ਕੀਤੀ ਸੀ। 5 ਜੂਨ ਨੂੰ ਸਮਾਗਮ ਤੋਂ ਬਾਅਦ ਉਹ ਸਾਡੇ ਘਰ ਠਹਿਰਨ ਲਈ ਸਾਡੇ ਨਾਲ ਹੀ ਚਲਾ ਆਇਆ ਸੀ। ਉਸ ਨੇ ਸਾਡੇ ਨਾਲ 2 ਰਾਤਾਂ ਗੁਜ਼ਾਰੀਆਂ ਅਤੇ ਪੰਜਾਬ ਅੰਦਰ ਸਿੱਖਾਂ ਦੀ ਭਿਆਨਕ ਹਾਲਤ ਬਾਰੇ ਵਿਚਾਰਾਂ ਕੀਤੀਆਂ। ਮੈਂ ਸਾਰੀ ਜ਼ਿੰਦਗੀ ਸਰਦਾਰ ਜਸਵੰਤ ਸਿੰਘ ਜੀ ਵਰਗਾ ਬੰਦਾ ਹੋਰ ਕੋਈ ਨਹੀਂ ਦੇਖਿਆ, ਜਿਹੜਾ ਪੁੱਜ ਕੇ ਨਿਰਮਾਣ ਤੇ ਦਿਆਨਤਦਾਰ ਸੀ। ਜਦੋਂ ਅਸੀਂ ਪੰਜਾਬ ਅੰਦਰਲੇ ਹਾਲਾਤ ਬਾਰੇ ਗੱਲਾਂ ਕਰ ਰਹੇ ਸੀ ਤਾਂ ਮੇਰੀ ਪਤਨੀ ਸੁਰਿੰਦਰ ਕੌਰ ਨੇ ਭਾਈ ਖਾਲੜਾ ਨੂੰ ਇੱਕ ਸਵਾਲ ਪੁੱਛਿਆ ਕਿ ਭਾਜੀ, ਤੁਹਾਨੂੰ ਵਾਪਸ ਪੰਜਾਬ ਜਾਣ ਤੋਂ ਡਰ ਨਹੀਂ ਲੱਗਦਾ, ਜਿੱਥੇ ਕਿੰਨੇ ਹੀ ਸਿੱਖ ਆਪਣੀਆਂ ਜਾਨਾਂ ਗਵਾ ਚੁੱਕੇ ਹਨ? ਜਸਵੰਤ ਸਿੰਘ ਦਾ ਜਵਾਬ ਸੀ, ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦਾ ਫਰਜ਼ ਬਣਦਾ ਹੈ। ਇਸ ਦੁਨੀਆ ਵਿੱਚ ਸਦੀਵੀ ਤੌਰ ਤੇ ਕਿਸੇ ਨਹੀਂ ਬੈਠੇ ਰਹਿਣਾ ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀਂ ਹੋਣਾ ਚਾਹੀਦਾ। ਅਸੀਂ ਖਾਲੜਾ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਜੇਕਰ ਸਰਦਾਰ ਜਸਵੰਤ ਸਿੰਘ ਜੀ ਦੀ ਸਾਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਘੱਟ ਕੱਪੜਿਆਂ ਨਾਲ ਸਫ਼ਰ ਕਰਦਾ ਸੀ ਅਤੇ ਜੂਨ ਦੇ ਮਹੀਨੇ ਆਟਵਾ ਵਿੱਚ ਮੌਸਮ ਪੂਰਾ ਗਰਮ ਸੀ। ਤਪੇ ਹੋਏ ਦਿਨ ਵਿੱਚ ਮੁੜਕਾ ਆਉਣਾ ਕੁਦਰਤੀ ਸੀ ਅਤੇ ਨਹਾ ਕੇ ਕਮੀਜ਼ ਬਦਲਣਾ ਜ਼ਰੂਰੀ ਲੱਗਦਾ ਸੀ। ਖਾਲੜਾ ਸਾਹਿਬ ਕੋਲ ਇੱਕੋ ਪਹਿਨੀ ਹੋਈ ਕਮੀਜ਼ ਹੀ ਸੀ। ਸੁਰਿੰਦਰ ਕੌਰ ਨੇ ਉਸ ਨੂੰ ਧੋਣ ਵਾਲੇ ਕੱਪੜੇ ਲਾ ਕੇ ਨਵੀਂ ਕਮੀਜ਼ ਪਹਿਨਣ ਲਈ ਦੇ ਦਿੱਤੀ ਸੀ। ਸਰਦਾਰ ਜਸਵੰਤ ਸਿੰਘ ਜੀ ਨਵੀਂ ਕਮੀਜ਼ ਲੈਣ ਤੋਂ ਹਿਚਕਚਾਉਂਦੇ ਸਨ ਅਤੇ ਉਹਨਾਂ ਕਿਹਾ ਕਿ ਧੋਣ ਤੋਂ ਬਾਅਦ ਉਹ ਆਪਣੀ ਪੁਰਾਣੀ ਕਮੀਜ਼ ਹੀ ਪਹਿਨ ਲਵੇਗਾ। ਉਸ ਨੇ ਮਨੁੱਖੀ ਅਧਿਕਾਰਾਂ ਦੇ ਕੰਮਕਾਜ ਵਾਸਤੇ ਸਾਥੋਂ ਕੋਈ ਪੈਸਾ ਕਬੂਲ ਨਾ ਕੀਤਾ। ਉਸ ਨੇ ਕਿਸੇ ਕੋਲੋਂ ਵੀ ਧੇਲਾ ਨਹੀਂ ਲਿਆ ਸੀ। ਉਸ ਦਾ ਕਹਿਣਾ ਸੀ ਕਿ ਇਨਸਾਫ ਦੀ ਮੁਹਿੰਮ ਜਾਰੀ ਰੱਖਣ ਵਾਸਤੇ ਪੰਜਾਬ ਅੰਦਰ ਉਸ ਕੋਲ ਲੋੜੀਂਦੇ ਵਸੀਲੇ ਹਨ। ਜਸਵੰਤ ਸਿੰਘ ਪੰਜਾਬੀ ਸਾਹਿਤ ਦਾ ਜੋਸ਼ੀਲਾ ਪਾਠਕ ਸੀ।
ਮੈਂ ਉਸ ਨੂੰ ਦੱਸਿਆ ਕਿ ਅਸੀਂ ਆਉਣ ਵਾਲੀਆਂ ਪੁਸ਼ਤਾਂ ਲਈ ਸਿੱਖ ਇਤਿਹਾਸ ਸੰਭਾਲਣ ਵਾਸਤੇ ਸਾਹਿਤ ਇਕੱਠਾ ਕਰ ਰਹੇ ਹਾਂ। ਖਾਲੜਾ ਸਾਹਿਬ ਪੰਜਾਬੀ ਕਵਿਤਾ ਦਾ ਬਹੁਤ ਆਸ਼ਿਕ ਸੀ ਅਤੇ ਉਸਨੇ ਸਾਨੂੰ ਇੱਕ ਅਗਿਆਤ ਕਵੀ ਦੀ ਕਵਿਤਾ ਸੁਣਾਈ ਸੀ, ਜਿਹੜੀ ਮੈਂ ਲਿਖ ਕੇ ਰੱਖ ਲਈ ਸੀ। ਉਹ ਕਵਿਤਾ ਇਹ ਸੀ: ਸੁਪਨੇ ਨਾ ਮੈਂ ਵੇਚਾਂ ਕੁੜੀਆਂ ਦੇ ਸੁਪਨੇ, ਜਿਨ੍ਹਾਂ ਦੇ ਗਜ਼-ਗਜ਼ ਲੰਬੇ ਵਾਲ, ਨਾ ਮੈਂ ਵੇਚਾਂ ਸਵਰਗਾਂ ਦੇ ਸੁਪਨੇ, ਜਿਨ੍ਹਾਂ ਦੀ ਦੁਨੀਆ ਨੂੰ ਭਾਲ, ਨਾ ਮੈਂ ਵੇਚਾਂ ਸੋਨੇ ਦੇ ਸੁਪਨੇ, ਨਾ ਮੋਤੀਆਂ ਦੇ ਥਾਲ, ਵੇਚਾਂ ਮੈਂ ਸੋਹਣਿਓ ਆਜ਼ਾਦੀ ਦੇ ਸੁਪਨੇ, ਹੋਵੇ ਜੇ ਲੈਣ ਦਾ ਖਿਆਲ। ਹੋਰ ਤਾਂ ਸੁਪਨੇ ਸੁੱਤਿਆਂ ਆਉਂਦੇ ਆਉਂਦੇ ਇਹ ਜਾਗਣ ਨਾਲ, ਪਹਿਲੋਂ ਤਾਂ ਆਉਂਦੇ ਸੰਗ ਦੇ ਪਿੱਛੋਂ ਮਚਾਉਂਦੇ ਭੁਚਾਲ, ਇੱਕ ਵੇਰੀ ਆਉਂਦੇ ਫਿਰ ਮੁੜ ਕੇ ਨਾ ਜਾਂਦੇ, ਐਸੀ ਇਹਨਾਂ ਦੀ ਚਾਲ, ਤੁਰਨਾ ਹੀ ਤੁਰਨਾ, ਤੁਰਨਾ ਹੀ ਤੁਰਨਾ, ਰਾਤ ਸਵੇਰ ਤਰਕਾਲ, ਅੱਕਣਾ ਨਾ ਥੱਕਣਾ, ਆਕਾਸ਼ਾਂ ਵੱਲ ਤੱਕਣਾ, ਅੱਖ ਨਾ ਲਾਣੀ ਰਵਾਲ, ਵੇਚਾਂ ਮੈਂ ਸੋਹਣਿਓ ਆਜ਼ਾਦੀ ਦੇ ਸੁਪਨੇ, ਹੋਵੇ ਜੇ ਲੈਣ ਦਾ ਖਿਆਲ। 7 ਜੂਨ ਨੂੰ ਭਾਈ ਜਸਵੰਤ ਸਿੰਘ ਖਾਲੜਾ ਤੇ ਸਰਦਾਰ ਅਜੀਤ ਸਿੰਘ ਸਹੋਤਾ ਇਕੱਠੇ ਸੜਕ ਦੇ ਰਸਤੇ ਟਰਾਂਟੋ ਪਹੁੰਚੇ ਅਤੇ ਉੱਥੋਂ ਜਸਵੰਤ ਸਿੰਘ ਸਿੱਧਾ ਇੰਗਲੈਂਡ ਚਲਾ ਗਿਆ ਸੀ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਗ 20। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਸਬਸਕ੍ਰਾਈਬ ਕਰੋ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।